ਸਤਿਗੁਰ ਦੇਵੋ ਨਾਮ ਛੋੜਾਇਆ ਆਪਣਾ। जिस प्यारे से ने तिस आगे मर चलिए तिरक जीवन संसार ताके पातशाह जीवन किमें जिवांगे पातशाह। मेरी बेनती एक प्रवान कर लो कि मैं आप दी थां ते चलिया जाना ते आप संसार च रहो। आप दी बड़ी लोड़ है। महाराज कहते भाई अर्थमल कोई बात नहीं है, असी थोड़ा पहला चला जावांगे ते अज तो 40वें दिन तुहाडा भी शरीर छुट जाना। इस करके 40 दिन वास्ते आपां की अदल बदल करनी है। सो तुसीं प्यार निचे च रहो। गुरु जांदा नहीं हुंदा किते। जिस प्यारे से हो तिस आगे मर चलिए तिरक जीवन संसार ताके पातशाह जी। बाकी तुसी तां ज्ञानवान पुरुष हो। ज्ञानवान की दृष्टि च ना कुछ जमदा है ना कुछ मरदा है, ना ही कुछ जन्म है ना ही कुछ मर। कोई चीज़ ना मरदी है ते ना जमदी है। तुसी उस दृष्टि च रहो। दुनिया खेड मदारी दी ना कोई जमदा ना कोई मरदा। खेड मदारी दी ना कोई जमदा ना कोई मरदा।
ਜੰਮਦਾ ਨਾ ਕੋਈ ਮਰਦਾ, ਨਾ ਕੋਈ ਜੰਮਦਾ ਨਾ ਕੋਈ ਮਰਦਾ, ਜੰਮਦਾ ਨਾ ਕੋਈ, ਨਾ ਕੋਈ ਜੰਮਦਾ ਨਾ ਕੋਈ ਮਰਦਾ। ਤੁਸੀਂ ਤਾਂ ਪੂਰਨ ਗਿਆਨਵਾਨ। ਇਹ ਤਾਂ ਸਾਰਾ ਇੱਕ ਖੇਡ ਹੋ ਰਿਹਾ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਤਾਰ ਥਮਿਓ ਪਸਾਰਾ, ਤਵ ਏਕੋ ਏਕ ਅੰਕਾਰਾ, ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ, ਕਤੇ ਗਇਓ ਕਤੇ ਆਇਓ। ਕਹਿੰਦੇ ਤਾਂ ਸਾਰੀ ਖੇਡ ਹੁੰਦੀ। ਇੱਕ ਵਾਰੀ ਕੋਈ ਰਾਜਾ ਸੀ, ਉਹਦੇ ਕੋਲ ਇੱਕ ਹਿਪਨੋਟਿਜ਼ਮ ਕਰਨ ਵਾਲਾ ਇੱਕ ਮਦਾਰੀ ਆਇਆ, ਜਾਦੂਗਰ ਆਇਆ। ਉਹਨੇ ਕਿਹਾ ਬਾਦਸ਼ਾਹ ਮੈਂ ਖੇਲ ਦਿਖਾਉਣਾ ਚਾਹੁੰਦਾ। ਰਾਜਾ ਕਹਿਣ ਲੱਗਿਆ ਐਸਾ ਖੇਲ ਦਿਖਾਈ ਜਿਹੜਾ ਪਹਿਲਾਂ ਦੇਖਿਆ ਨਾ ਹੋਵੇ ਤੇ ਖੇਲ ਦੇ ਵਿੱਚ ਸਿੱਖਿਆ ਵੀ ਹੋਵੇ। ਉਹ ਕਹਿੰਦਾ ਦੋਏ ਗੱਲਾਂ ਪੂਰੀਆਂ ਹੋਣਗੀਆਂ। ਕਹਿੰਦਾ ਮੈਂ ਦੇਵਤਿਆਂ ਦੇ ਨਾਲ ਯੁੱਧ ਕਰਨਾ ਹੈ, ਪਰ ਮੈਂ ਮਜਬੂਰ ਹਾਂ ਕਿ ਮੇਰੇ ਨਾਲ ਮੇਰੀ ਇਸਤਰੀ ਹੈ। ਉਹ ਹੈ ਬਹੁਤ ਸੋਹਣੀ ਸੁਨੱਖੀ। ਜੇ ਮੈਂ ਮਰ ਗਿਆ ਕੋਈ ਬੰਦਾ ਰਾਜਾ ਜਾਂ ਤੂੰ ਚਿੱਤ ਨਾ ਹੋ ਤੇ ਡਰਾ ਲਿਓ। ਉਹ ਕਹਿਣ ਲੱਗਿਆ ਮੇਰੀ ਤਾਂ ਉਹ ਲੜਕੀ ਹੈ ਧਰਮ ਦੀ, ਮੇਰੀ ਲੜਕੀ ਜਿੱਥੇ ਰਾਜਕੁਮਾਰੀ ਹੈ ਉਹਦੇ ਨਾਲ ਉਹ ਰਹੇਗੀ, ਤੂੰ ਫਿਕਰ ਨਾ ਕਰ। ਰਾਜ ਮਹਿਲਾਂ 'ਚ ਭੇਜ ਦਿੱਤੀ। ਉਹਦੇ ਬਾਅਦ ਇੱਕ ਡੋਰਾ ਕੱਢਿਆ ਸੂਤ ਦਾ, ਉੱਤੇ ਨੂੰ ਮਾਰਿਆ ਤੇ ਐਂ ਲੱਗਿਆ ਵੀ ਉੱਤੇ ਕਿਤੇ ਫਸ ਗਿਆ, ਜਾ ਕੇ ਅੱਖਾਂ ਤੇ ਓਲੇ ਹੋ ਗਿਆ। ਕਹਿਣ ਲੱਗਿਆ ਮੈਂ ਹੁਣ ਜਾ ਰਿਹਾ ਮਹਾਰਾਜ, ਸ਼ਸਤਰ ਪਹਿਨੇ ਹੋਏ ਨੇ ਤੇ ਡੋਰੇ ਨੂੰ ਫੜ ਕੇ ਉੱਤੇ ਨੂੰ ਚੜ੍ਹਦਾ। ਉੱਤੇ ਜਾ ਕੇ ਆਵਾਜ਼ ਆਈ ਕਿ ਮੈਂ ਸਵਰਗ ਲੋਕ 'ਚ ਪਹੁੰਚ ਗਿਆ ਤੇ ਮੈਂ ਇੰਦਰ ਨੂੰ ਚੈਲੰਜ ਕਰਦਾ ਕਿ ਮੇਰੇ ਨਾਲ ਲੜਾਈ ਕਰ। ਉਹ ਵਰਨ ਦੇਵਤਾ ਮੇਰੇ ਨਾਲ ਲੜਨ ਵਾਸਤੇ ਭੇਜਦਾ, ਪਾਣੀ ਦਾ ਦੇਵਤਾ। ਥੋੜ੍ਹੀ ਦੇਰ ਬਾਅਦ ਠਕ ਠਕ ਦੀ ਆਵਾਜ਼ ਆਈ ਤੇ ਉੱਚੀ ਆਵਾਜ਼ ਆਈ ਜਿਵੇਂ ਬਿਜਲੀ ਕੜਕਦੀ ਹੈ ਕਿ ਮੈਂ ਉਹ ਮਾਰ ਲਿਆ ਤੇ ਥੱਲੇ ਸੁੱਟ ਦਿੱਤਾ। ਪਾਣੀਓ ਪਾਣੀ ਹੋ ਗਿਆ, ਸਾਰੇ ਮੂੰਹ 'ਚੋਂ ਪਾਣੀ ਨਿਕਲ ਜਾਂਦਾ ਉਹਦੇ। ਸਾਰੇ ਹੋਏ ਹੈਰਾਨ ਵੀ ਦੇਵਤਾ ਮਾਰ ਕੇ ਸਿੱਟਤਾ ਧਰਤੀ ਤੇ। ਕਹਿਣ ਲੱਗਿਆ ਹੁਣ ਮੈਂ ਅਗਨ ਦੇਵਤੇ ਨਾਲ ਲੜਾਈ ਕਰਦਾ। ਅਗਨ ਦੇਵਤੇ ਨੂੰ ਵੀ ਵੱਢ ਕੇ ਸਿੱਟਤਾ, ਅੱਗੇ ਅੱਗ ਲੱਗ ਗਈ ਸਾਰੇ। ਇਸੇ ਤਰ੍ਹਾਂ ਵਾਰ-ਵਾਰ ਦੇਵਤਿਆਂ ਨੂੰ ਸਿੱਟੀ ਜਾਂਦਾ। ਕਹਿਣ ਲੱਗਿਆ ਹੁਣ ਮੈਂ ਇੰਦਰ ਨਾਲ ਯੁੱਧ ਕਰਨੇ। ਥੋੜ੍ਹੀ ਦੇਰ ਬਾਅਦ ਆਵਾਜ਼ ਆਈ ਰਾਜਨ ਮੇਰੀ ਬਾਂਹ ਕੱਟ ਗਈ। ਫੇਰ ਆਵਾਜ਼ ਆਈ ਮੇਰੀ ਲੱਤ ਕੱਟ ਗਈ। ਬਾਂਹ ਵੀ ਥੱਲੇ ਗਿਰ ਗਈ ਤੇ ਲੱਤ ਵੀ ਗਿਰ ਗਈ। ਦੂਸਰੀ ਲੱਤ ਵੀ ਗਿਰ ਗਈ ਤੇ ਧੜ ਵੀ ਗਿਰ ਗਿਆ, ਸਿਰ ਵੀ ਗਿਰ ਗਿਆ। ਚੱਕ ਕੇ ਜੋੜਿਆ, ਜੋੜ ਕੇ ਬੜਾ ਹੀ ਅਫਸੋਸ ਕਰਿਆ ਬਈ ਕਿੱਡਾ ਬਹਾਦਰ ਸੀ। ਦੇਖੋ ਦੇਵਤੇ ਮਾਰ ਮਾਰ ਸਿੱਟੀ ਜਾਂਦਾ ਹੈ, ਵਿਚਾਰਾ ਆਪ ਮਰ ਗਿਆ ਪਰ ਖੇਲ ਦਿਖਾਉਂਦਾ। ਘਰ ਵਾਲੀ ਨੂੰ ਬੁਲਾ ਲਿਆ ਉਹਦੀ ਨੂੰ। ਉਹ ਕਹਿਣ ਲੱਗੀ ਮੈਂ ਤਾਂ ਸਤੀ ਹੋਣਾ। ਚਿਤਾ ਚਿਣ ਦਿੱਤੀ ਗਈ ਤੇ ਨਾਲ ਸਤੀ ਹੋ ਗਈ। ਉਧਰੋਂ ਉਹ ਥੋੜੀ ਦੇਰ ਤੇ ਬਾਅਦ ਡੋਰੇ ਥਾਈ ਥੱਲੇ ਉਤਰਿਆ। ਕਹਿਣ ਲੱਗਾ ਮਹਾਰਾਜ ਕੀ ਜੈ ਹੋ। ਹੈਰਾਨ ਹੋ ਗਏ। ਕਹਿੰਦੇ ਬੋਲਦੇ ਕਿਉਂ ਨਹੀਂ? ਕਹਿੰਦੇ ਮਦਾਰੀ ਤੂੰ ਤਾਂ ਜਾਦੂਗਰ, ਤੂੰ ਤਾਂ ਮਰ ਚੁੱਕਿਆ ਸੀ। ਕਹਿੰਦਾ ਮਰ ਗਿਆ ਹੁੰਦਾ ਤਾਂ ਮੈਂ ਤੁਹਾਡੇ ਕੋਲ ਕਿਉਂ ਖੜਾ ਹੁੰਦਾ? ਮੇਰੇ ਘਰ ਵਾਲੀ ਕਿੱਥੇ ਆ? ਉਹ ਤਾਂ ਕਹਿੰਦੇ ਤੇਰੇ ਨਾਲ ਸਤੀ ਹੋ ਗਈ। ਕਹਿੰਦਾ ਮੈਂ ਜਿਉਂਦਾ ਸਤੀ ਕਿਹਦੇ ਨਾਲ ਹੋ ਗਈ? ਸਮੱਸਿਆ ਖੜੀ ਹੋ ਗਈ, ਕੁਛ ਨਹੀਂ ਪਤਾ ਲੱਗਦਾ। ਕਹਿਣ ਲੱਗਿਆ ਦੇਖੋ ਮਹਾਰਾਜ ਤੁਹਾਨੂੰ ਮੈਂ ਪਹਿਲਾਂ ਕਹਿ ਕੇ ਗਿਆ ਸੀ ਬਈ ਬੇਈਮਾਨੀ ਨਾ ਕਰਿਓ। ਤੁਸੀਂ ਮਹਿਲਾਂ ਦੇ ਵਿੱਚ ਬੰਦ ਕਰੀ ਹੈ ਤੇ 7 ਤਾਲੇ ਲਾਏ ਹੋਏ ਨੇ। ਤੁਹਾਡੀ ਨੀਤ ਮਾੜੀ ਹੋ ਗਈ। ਰਾਜਾ ਨੀਵੀਂ ਪਾਉਂਦਾ, ਧਰਮੀ ਰਾਜਾ ਸੀ। ਸਾਰਿਆਂ ਨੇ ਕਿਹਾ ਵੀ ਜਾਦੂਗਰ ਐਸੀ ਬਾਤ ਨਹੀਂ, ਉਹ ਤਾਂ ਸਤੀ ਹੋਈ ਆ ਸਾਡੇ ਸਾਰਿਆਂ ਦੇ ਸਾਹਮਣੇ। ਕਹਿੰਦਾ ਮੈਂ ਆਵਾਜ਼ ਦਿੰਦਾ, ਜ਼ੋਰ ਨਾਲ ਆਵਾਜ਼ ਆਈ, ਅੰਦਰੋਂ ਆਵਾਜ਼ ਆਈ ਕਿ ਇਸ ਰਾਜੇ ਨੇ ਮੈਨੂੰ 7 ਤਾਲਿਆਂ ਦੇ ਅੰਦਰ ਬੰਦ ਕਰਿਆ ਹੋਇਆ। ਕਿਲੇ ਚਲਿਆ ਗਿਆ, ਜਾ ਕੇ 7 ਤਾਲੇ ਖੋਲ ਕੇ ਵਿੱਚੋਂ ਕੱਢ ਲਈ। ਉਹਦੇ ਬਾਅਦ ਬਾਹਰ ਆ ਗਿਆ, ਆ ਕੇ ਕਹਿਣ ਲੱਗਿਆ ਮਹਾਰਾਜ ਮੇਰਾ ਇਨਾਮ ਦਿਓ। ਕਹਿੰਦੇ ਜਾਦੂਗਰ ਇਹਦੇ 'ਚ ਸਿੱਖਿਆ ਕੀ ਹੈ ਉਹ ਵੀ ਦੱਸ। ਕਹਿਣ ਲੱਗਿਆ ਦੇਖੋ ਮਹਾਰਾਜ ਨਾ ਮੇਰੀ ਕੋਈ ਇਸਤਰੀ, ਨਾ ਮੈਂ ਕਿਤੇ ਗਿਆ, ਨਾ ਮੈਂ ਕਿਸੇ ਨਾਲ ਲੜਿਆ।
ਮੈਂ ਤੁਹਾਨੂੰ ਸਭ ਨੂੰ ਹਿਪਨੋਟਾਈਜ਼ ਕਰ ਦਿੱਤਾ ਸੀ। ਜਾਦੂ ਦੇ ਬਲ ਨਾਲ ਤੁਹਾਡੀ ਸਾਰੀ ਸੁਰਤ ਮੈਂ ਆਪਣੇ ਕਾਬੂ ਕਰ ਲਈ ਸੀ, ਤੇ ਮੈਂ ਜਿਹੜਾ ਕੁਝ ਕਹਿੰਦਾ ਸੀ ਉਹੀ ਤੁਹਾਨੂੰ ਦਿਸਦਾ ਸੀ। ਨਾ ਕੋਈ ਮੇਰੀ ਇਸਤਰੀ ਹੈ, ਨਾ ਕੋਈ ਚਿਤਾ। ਦੇਖ ਲਓ ਤੁਸੀਂ ਚਿਤਾ ਕਿੱਥੇ ਸੀਗੀ, ਹੈਰਾਨ ਹੋ ਗਏ। ਇਹ ਚਿਤਾ ਇੱਥੇ ਸੀਗੀ ਸਾਹਮਣੇ, ਕਿੱਧਰ ਚਲੀ ਗਈ? ਸੋ ਕਹਿੰਦਾ ਮਹਾਰਾਜ ਐਸੇ ਤਰ੍ਹਾਂ ਦੇ ਨਾਲ ਇਹ ਸੰਸਾਰ ਦੀ ਹਸਤੀ ਕੋਈ ਨਹੀਂ, ਇਹ ਇੱਕ ਤਮਾਸ਼ਾ ਹੋ ਰਿਹਾ। ਤੇ ਜਿਵੇਂ ਮੈਂ ਮਨੁੱਖ ਹੋ ਕੇ ਤੁਹਾਨੂੰ ਸਾਰਿਆਂ ਨੂੰ ਭਰਮਾ ਦਿੱਤਾ, ਇਸੇ ਤਰ੍ਹਾਂ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਬੇਅੰਤ ਸ਼ਕਤੀਆਂ ਦਾ ਮਾਲਕ, ਉਹ ਸਾਰੀ ਸ੍ਰਿਸ਼ਟੀ ਨੂੰ ਠੱਗ ਮੂਰੀ ਲਾ ਕੇ ਭੁਲਾਇਆ ਹੋਇਆ, ਤੇ ਲੋਕ ਸਾਰੇ ਭੁੱਲੇ ਹੋਏ ਨੇ। ਉਹ ਤਾਂ ਇੱਕ ਖੇਲ ਹੋ ਰਿਹਾ ਜਾਦੂਗਰ ਦਾ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਸਾਂਗ ਤਾਰ ਥਮਿਓ ਬਸਾਰਾ, ਤਬ ਏਕੋ ਏਕ ਓੰਕਾਰਾ। ਜਦੋਂ ਸ੍ਰਿਸ਼ਟੀਆਂ ਖਤਮ ਹੋ ਜਾਣਗੀਆਂ, ਨਿਰੰਕਾਰ ਪਹਿਲਾਂ ਵੀ ਇੱਕ ਸੀ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਉਹ ਤਾਂ ਆਪੇ ਆਪ ਹੈ, ਇੱਥੇ ਦੂਜੇ ਦੀ ਗੁੰਜਾਇਸ਼ ਨਹੀਂ ਹੈ। ਉਹ ਇੱਕ ਖੇਲ ਹੋ ਰਿਹਾ। ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ, ਕਹਿੰਦੇ ਜਿਹੜਾ ਸਰੀਰ 'ਚ ਦਿਸਦਾ ਸੀ ਰੂਪ, ਕਤੇ ਗਏ ਕਤੇ ਆਇਓ, ਕਿੱਥੋਂ ਆਇਆ ਸੀ ਕਿੱਥੇ ਚਲਿਆ ਗਿਆ। ਮਹਾਰਾਜ ਕਹਿੰਦੇ ਜਲ ਤੇ ਉਠੇ ਅਨਕ ਤਰੰਗਾ, ਪਾਣੀ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠ ਰਹੀਆਂ। ਲਹਿਰਾਂ ਕੰਢੇ ਨਾਲ ਟੱਕਰ ਖਾਂਦੀਆਂ, ਮੁੜ ਕੇ ਸਮੁੰਦਰ 'ਚ ਲੀਨ ਹੋ ਜਾਂਦੀ। ਕਨਕ ਭੂਖਣ ਕੀਨੇ ਬਹੁ ਰੰਗਾ, ਸੋਨੇ ਦੇ ਬੇਅੰਤ ਗਹਿਣੇ ਬਣਾਤੇ, ਜਦੋਂ ਭੱਠੀ 'ਚ ਪਾਏ ਮੁੜ ਕੇ ਸੋਨੇ ਦਾ ਸੋਨਾ ਫੇਰ ਬਣ ਗਿਆ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤਾਂ ਏਕ ਓੰਕਾਰਾ। ਬੀਜ ਬੀਜਿਆ, ਦਰਖਤ ਬਣਿਆ, ਪੱਤੇ ਨਿਕਲੇ, ਫੁੱਲ ਆਏ, ਉਹ ਤੋਂ ਬਾਅਦ ਫਲ ਲੱਗਿਆ। ਫਲ ਦੇ ਵਿੱਚ ਜਦ ਫੇਰ ਦੇਖਿਆ ਬੀ ਫੇਰ ਵਿੱਚੇ ਪਿਆ। ਕਹਿੰਦੇ ਬੀਏ ਹੈ, ਬਾਕੀ ਤਾਂ ਪਸਾਰਾ ਬੀ ਚੋਂ ਹੀ ਹੋਇਆ ਸੀ, ਬੀ 'ਚ ਸਮਾ ਗਿਆ। ਫਲ ਪਾਕੇ ਤਾਂ ਏਕ ਓੰਕਾਰਾ, ਸਹਿਸ ਘਟਾ ਮੈਂ ਏਕ ਆਕਾਸ਼। ਸਾਰੀਆਂ ਘਟਾਂ ਜਿੰਨੇ ਭਾਂਡੇ ਆ ਉਹਨਾਂ 'ਚ ਇੱਕੋ ਆਕਾਸ਼ ਹੈ। ਭਾਂਡਾ ਭੰਨ ਦੋ, ਆਕਾਸ਼ ਆਕਾਸ਼ 'ਚ ਰਲ ਜਾਂਦਾ। ਮਠਾ ਆਕਾਸ਼ ਹੈ ਮਕਾਨਾਂ ਦਾ, ਮਕਾਨ ਢਾਹ ਦੋ, ਆਕਾਸ਼ ਆਕਾਸ਼ 'ਚ ਰਲ ਜਾਂਦਾ। ਬੱਦਲ ਹੋਏ ਹੋਏ ਸੀ, ਇਹਨੂੰ ਮੇਘਾ ਆਕਾਸ਼ ਕਹਿੰਦੇ ਨੇ। ਬੱਦਲ ਉੜ ਜਾਣ ਮੁੜ ਕੇ ਆਕਾਸ਼ ਨਾਲ ਰਲ ਜਾਂਦਾ। ਆਕਾਸ਼ ਤਾਂ ਕਿਤੇ ਨਾ ਆਉਂਦਾ ਨਾ ਕਿਤੇ ਜਾਂਦਾ। ਭਰਮ ਮੋਹ ਮਾਇਆ ਵਿਕਾਰ, ਕਹਿੰਦੇ ਮਾਇਆ ਦਾ ਵਿਕਾਰ ਹੈ ਭਰਮ ਤੇ ਮੋਹ ਦਾ। ਘਟ ਫੁੱਟੇ ਤਾਂ ਏਕ ਓੰਕਾਰ, ਭਰਮ ਮੋਹ ਮਾਇਆ ਵਿਕਾਰ। ਜਦੋਂ ਘਟ ਫੁੱਟਦਾ ਉਸ ਵੇਲੇ ਫੇਰ ਉਹੀ ਰਹਿ ਜਾਂਦਾ, ਤੇ ਇਹ ਤਾਂ ਮਾਇਆ ਦਾ ਵਿਕਾਰ ਹੈ। ਭਰਮ ਛੁੱਟੇ ਤਾਂ ਏਕ ਓੰਕਾਰ, ਜਦੋਂ ਭਰਮ ਛੁੱਟ ਗਿਆ ਬ੍ਰਹਮ ਗਿਆਨ ਨਾਲ, ਤਾਂ ਪਹਿਲਾਂ ਵੀ ਨਿਰੰਕਾਰ ਸੀ, ਹੁਣ ਖੇਲ ਕਰਦਾ ਵੀ ਨਿਰੰਕਾਰ ਹੈ, ਫੇਰ ਵੀ ਉਹੀ ਹੋਏਗਾ। ਉਹ ਅਵਿਨਾਸ਼ੀ ਬਿਨਸਤ ਨਾਹੇ, ਨਾ ਕੋ ਆਵੇ ਨਾ ਕੋ ਜਾਹੇ। ਗੁਰਪੂਰੇ ਹਉਮੈ ਮਲ ਧੋਈ, ਕਹੋ ਨਾਨਕ ਮੇਰੀ ਪਰਮਗਤ ਹੋਈ। ਸੋ ਤੁਸੀਂ ਕਾਹਨੂੰ ਚਿੰਤਾ ਕਰਦੇ ਹੋ? ਇੱਥੇ ਕੋਈ ਨਾ ਆਉਂਦਾ ਨਾ ਕੋਈ ਜਾਂਦਾ, ਇਹ ਤਾਂ ਇੱਕ ਖੇਲ ਹੈ। ਉਸ ਵੇਲੇ ਮਹਾਰਾਜ ਜੀ ਕਚਹਿਰੀ 'ਚ ਪੇਸ਼ ਹੁੰਦੇ ਨੇ। ਬਾਦਸ਼ਾਹ ਨੂੰ ਕਾਹਲੀ ਹੈ। ਉਸ ਵੇਲੇ ਕਹਿਣ ਲੱਗਿਆ ਵੀ ਮਹਾਰਾਜ ਮੈਂ ਆਪ ਹੁਕਮ ਕਰ ਦੋ, ਯਾਸਾ ਦੀ ਸਜ਼ਾ ਮੈਂ ਦਊਂਗਾ ਆਪਣੇ ਕੋਲ। ਲਾਲ ਹਵੇਲੀ 'ਚ ਲੈ ਜਾਂਦਾ। ਉੱਥੇ ਜਾ ਕੇ ਬੜੇ ਹੀ ਫਿੱਕੇ ਵਾਕ ਬੋਲਦਾ। ਕਹਿੰਦਾ ਰਿਸ਼ਤਾ ਮੋੜਿਆ ਸੀ, ਆ ਗਿਆ ਨਾ ਸਵਾਦ ਹੁਣ। ਤੇ ਮੈਨੂੰ ਕੁੱਤਾ ਕਿਹਾ ਸੀ। ਮਹਾਰਾਜ ਕਹਿੰਦੇ ਅਸੀਂ ਇਹੋ ਜਿਹੀ ਫਿੱਕੀ ਗੱਲ ਤਾਂ ਕਹਿੰਦੇ ਨਹੀਂ ਪ੍ਰੇਮੀਆਂ। ਸਾਡੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਨ ਕੀਤਾ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਗੁਰਸਿੱਖ ਤਾਂ ਫਿੱਕਾ ਬੋਲਦਾ ਹੀ ਨਹੀਂ, ਗੁਰੂ ਨੇ ਕੀ ਬੋਲਣਾ। ਕਹਿੰਦਾ ਮੇਰੇ ਕੰਨਾਂ ਤੇ ਹੀ ਪਹੁੰਚੀ ਹੈ। ਕਹਿੰਦੇ ਜੇ ਕਿਸੇ ਸਿੱਖ ਨੇ ਕਿਹਾ ਤਾਂ ਸਮਝ ਲੈ ਮੈਂ ਹੀ ਕਿਹਾ। ਮੈਂ ਸਿੱਖ ਦਾ ਬਚਨ ਨਹੀਂ ਟਾਲ ਸਕਦਾ। ਕਹਿੰਦਾ ਅਜੇ ਮੇਰੇ ਮੂੰਹ ਤੇ ਕਹੀ ਜਾਂਦੇ ਹੋ ਇਹ ਗੱਲ, ਹੁਣ ਮੈਂ ਦੱਸੂ ਸਵਾਦ। ਜਾਂ ਤਾਂ ਮੇਰਾ ਲੈ ਲਓ ਰਿਸ਼ਤਾ, ਤੇ ਨਹੀਂ ਫਿਰ ਮੈਂ ਇਸ ਤਰ੍ਹਾਂ। ਸੋ 5 ਸਿੱਖਾਂ ਨੂੰ ਅੱਡ ਕਰ ਦਿੱਤਾ, ਮਹਾਰਾਜ ਨੂੰ ਅੱਡ ਕਰ ਦਿੱਤਾ, ਕੈਦ ਕਰ ਦਿੱਤੇ। ਤੇ ਮਹਾਰਾਜ ਜੀ ਫਰਮਾਨ ਕਰਦੇ ਆ ਕਿ ਜੈ ਬਸਾਲੇ ਤੈਂ ਬੈਸਾਂ ਸੁਆਮੀ। ਹੇ ਵਾਹਿਗੁਰੂ, ਕਦੇ ਤੂੰ ਤਖਤਾਂ ਤੇ ਬਾਲਦਾ ਸੀ, ਗਦੈਲਿਆਂ ਵਾਲੇ ਪਲੰਘਾਂ ਤੇ ਆਰਾਮ ਕਰਾਉਂਦਾ ਸੀ, ਹੁਣ ਤੂੰ ਪੁੰਜੇ ਬਿਠਾ ਰਿਹਾ, ਇਹ ਤੂੰ ਹੀ ਬਿਠਾ ਰਿਹਾ। ਜੈ ਬਸਾਲੇ ਤੈਂ ਬੈਸਾਂ ਸੁਆਮੀ, ਜੈ ਭੇਜੇ ਤੈਂ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ। ਤੂੰ ਤਾਂ ਹਰ ਥਾਂ ਦੇ ਉੱਤੇ ਹੀ ਹੈ ਪ੍ਰਭੂ,
ਸਵੇ ਪਵਿੱਤ ਹੈ ਥਾਂ ਪਵਿੱਤਰ ਹੈ, ਥਾਵਾਂ ਸਾਰੀਆਂ ਥਾਵਾਂ ਪਵਿੱਤਰ। ਇਸ ਗੱਲ ਨੂੰ ਕੋਈ ਕੋਈ ਬੰਦਾ ਬੁੱਝਦਾ ਹੈ, ਸਾਰੇ ਨਹੀਂ ਬੁੱਝ ਸਕਦੇ। ਐਸਾ ਫਰਮਾਨ ਹੈ, ਆਪੇ ਖੇਲ ਕਰੇ ਸਭ ਕਰਤਾ, ਐਸਾ ਬੁਝੈ ਕੋਈ। ਆਪੇ ਖੇਲ ਕਰੇ ਸਭ ਕਰਤਾ, ਐਸਾ ਬੁਝੈ ਕੋਈ। ਆਪੇ ਖੇਲ ਕਰੇ ਸਭ ਕਰਤਾ, ਆਪੇ ਕੋਈ ਜੀ। ऐसा बूझे कोई, ऐसा बूझे कोई। सब करता ऐसा मुझे कोई भी। बुरा भला किछ आपस ते जानिया यही सगल विकार है। आदमी कहता मैं करदा, कहते आही विकार पै गया। ये फरमाया खत्म का होया वरता ये संसार है। ये तो सारा वैगुरू की मर्जी के नाल संसार चल रहा। इंद्री धात सबल कईयत है, इंद्री किसते होई। आपे खेल करे सब करता, ऐसा बूझे कोई। गुर प्रसादी ते ना बैठन देना, ना कुछ खाण नूं देना, ना कुछ पीण नूं देना। धुप्पे कढ़ा ते सवेर तो लैके शाम ताईं कढ़ा रखे। महाराज जी चुप करे खड़े ने। सारा दिन धुप च खड़िया नूं लंघ गया, पैर नंगे ने। समाधि अंदर लगी हुई है, पंजे गुरसिख सामने देख रहे ने, लेकिन बेवश ने आउण नहीं देंदे। डंडे वाले कढ़ाए हुए ने भी किसी नूं जाण नहीं देना, उधर ना चले जाने। सो इस तो बाद दूसरे दिन फिर आउंदा है, कहंदा कुछ बोलोगे कि नहीं। महाराज चुप, कोई गल नहीं करते, बचने नहीं कर रहे। कहंदा मैं बुला के छड्डूं, मैनूं बड़े तरीके आउंदे ने। उस वेले एक बड़ा देगा मंगाया ते पानी गर्म करना शुरू कर दिता। जदों खौलण लग गया, कहता देख लो अजे भी अजे मौका है, ते नहीं मैं इहदे विच बिठा दूं तुहानूं। हथ ला के देख लो इनू पानी कितना गर्म है। उबलदा पानी है, छाले पा दिंदा। महाराज जी कहते जेड़ा कुछ तू करना है करी चल, करी चल, पाप दा बेड़ा भारी हो जावे। टॉर्चर है साध संगत जी, कितना टॉर्चर। उस वेले महाराज जी नूं उबलदे पानी की देग विच बिठा दिता।
ਸਵੇਰ ਤੋਂ ਲੈ ਕੇ ਸ਼ਾਮ ਤਾਈਂ ਪਾਣੀ ਉਬਾਲੀ ਗਏ। ਉਸੇ ਤਰ੍ਹਾਂ ਮਹਾਰਾਜ ਜੀ ਚੁੱਪ, ਨੇਤਰ ਬੰਦ ਨੇ, ਕੋਈ ਹੈ ਨਹੀਂ, ਕੋਈ ਬੂ ਨਹੀਂ, ਕੋਈ ਹੱਥ ਪੈਰ ਨਹੀਂ ਮਾਰਦੇ, ਚੁੱਪ ਕਰੇ ਬੈਠੇ ਨੇ। ਸਹਿ ਨਹੀਂ ਹੁੰਦਾ ਸਿੱਖਾਂ ਤੇ। ਉਸ ਵੇਲੇ ਭਾਈ ਪੁਰਾਣਾ ਇੱਕਦਮ ਆਵਾਜ਼ ਦਿੰਦਾ, ਉਹ ਪਾਪੀਓ ਕੀ ਕਰਦੇ ਹੋ ਤੁਸੀਂ, ਹਟ ਜਾਓ, ਮੇਰੇ ਸਤਿਗੁਰਾਂ ਨੂੰ ਇੰਨੀ ਤਕਲੀਫ ਦੇ ਰਹੇ। ਤੇ ਉਸ ਵੇਲੇ ਉਸਨੇ ਦੋਏ ਬਾਹਾਂ ਐ ਚੱਕ ਲੀਆਂ। ਜਦ ਐਂ ਕਰਨ ਲੱਗਿਆ, ਮਹਾਰਾਜ ਜੀ ਦੇਖਦੇ ਵਿੱਚੋਂ ਬੋਲੇ, ਕਹਿੰਦੇ ਭਾਈ ਪੁਰਾਣਾ ਠਹਿਰ, ਕੀ ਕਰਨ ਲੱਗਿਆ? ਕਹਿੰਦਾ ਪਾਤਸ਼ਾਹ ਬਸ ਹੱਦ ਹੋ ਗਈ, ਮੇਤੇ ਨਹੀਂ ਦੇਖਿਆ ਜਾਂਦਾ ਤੇ ਮੈਂ ਦਿੱਲੀ ਤੇ ਲਾਹੌਰ ਨੂੰ ਗਰਕ ਕਰਨਾ ਚਾਹੁੰਦਾ। ਆਹ ਤਾਲੀ ਐ ਵੱਜਣੀ ਸੀ, ਵੱਜਦੀ ਸਾਰ ਦਿੱਲੀ ਨੇ ਆਪਣੇ ਥਾਂ ਗਰਕ ਹੋਣਾ ਸੀ, ਲਾਹੌਰ ਨੇ ਆਪਣੇ ਥਾਂ ਗਰਕ ਹੋ ਜਾਣਾ ਸੀ। ਮਹਾਰਾਜ ਕਹਿਣ ਲੱਗੇ ਜੇਰਾ ਕਰ, ਦਰਵੇਸ਼ ਕਾਲੇ ਨਹੀਂ ਪੈਂਦੇ, ਇਸ ਤਰ੍ਹਾਂ ਫਰਮਾਨ ਕਰਦੇ ਆ। ਰੁੱਖਾਂ ਵਰਗਾ ਜੇਰਾ ਪਿਆਰੇ ਲੋੜੀ ਦਾ ਦਰਵੇਸ਼ਾਂ, ਵਰਗਾ ਜੇਰਾ ਪਿਆਰੇ ਲੋੜੀ ਦਾ ਦਰਵੇਸ਼ਾਂ। ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹ ਪ੍ਰਾਨ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜਿਰਾਂ। ਭਾਈ ਪੁਰਾਣਾ ਕਾਲਾ ਪੈ ਗਿਆ ਤੂੰ, ਕਾਲਾ ਨਾ ਪੈ। ਫਕੀਰ ਦਾ, ਦਰਵੇਸ਼ ਦਾ ਜਿਗਰਾ ਬਹੁਤ ਵੱਡਾ ਹੁੰਦਾ।
शांत किया महाराज ने। सारा दिन लंघ गया, पानी उबली जाता है ते आराम नाल बैठे। वचन सुन ले पहरेदारा ने भी। दूसरे दिन दस दिते चंदू आया, पानी चो कढ़ ले रात नूं महाराज। फिर कुछ खाण नूं नहीं देंदे, कुछ पीण नूं नहीं देंदे, ना सौण देंदे ने। महाराज उसी तरह समाधि स्थित फिर बैठ गए। कोई है नहीं, कोई कराना नहीं है, कोई अंग नहीं हिलाउंदे, चुप करे बैठे ने जिवें किते बड़ी देर की समाधि लगी होंदी। रात लंघ गई उवें जिवें बैठिया नूं पुंजे। दूसरे दिन फिर आउंदा। उस वेले कहण लग्या कल तां मैं सज़ा थोड़ी हो दित्ती है, अज मैं उस तो भी वध दूं। उस वेले रेता मंगा लिया, गर्म करना शुरू कर दिता। अग वर्गा हो गया, हथ नहीं लगता। कहंदा इह ते बैठो। महाराज जी चुप करके जाके बह गए। उत्थे ही बस नहीं करी, होर रेता गर्म करिया ते इहने कहा भी सुरत चाड़ लैंदे ने, 10वें द्वार ते ही रेता पावां। सो सीस दे विच अग वर्गा रेता पाउणा शुरू कर दिता। सवेर तो लग्या, शाम हो गई। उस वेले इस पाप की खबर सारे फैलनी शुरू हो गई। सिख तरले लै रहे ने भी गुरु महाराज गए किथे, दरबार च गए सी, वो तो बाद नज़र नहीं आ रहे किते। कदे किते पुछदे ने, अंमृतसर भेजे भी शायद उधर आ गए हुण, किते उग सुग नहीं निकलदी। अखीर पता लग्या उच्ची उच्ची गल्लां करदे ने सिपाही। बाणी पढ़दा है गुरसिख, नंगे जांदे ने। सिख ने सुन लिया भी यह हवेली चों बाणी की आवाज़ आ रही है, इत्थे बाणी कौन है पढ़न वाला। पुछ के पता लग गया भी गुरु साहब इत्थे तसीहे चल रहे। उधर चंदू दे घर चंदू की नूंह गुरसिख की लड़की ने जदों सुनिया भी एडा बड़ा तसीहा, उस वेले रोंदी रही, बस नहीं कोई चलता। रात पै जाती है तो पता लग्या भी ना पानी दिता है तो ना खाण नूं दिता। उसने शरबत बनाया तो खाण वास्ते चूरी कुट्टी ते वो लैके दरवाजे ते आई तो दरबाना ने रोक दिता। हथ दा कंगन लाया, बड़ा ही कीमती। कहन लगी आ वंड लियो, मैनूं लंघ जाण दो। अगे चली। गुरु महाराज दा देखिया बड़ी तकलीफ दे अंदर। उस वेले रोन लग गई, चरना ते नमस्कार करती। महाराज कहते बेटी रो ना, रोईदा नहीं हुंदा, पाना करतार दा है। कहन लगी पातशाह मैं इस घर व्याही हुई हाँ दुष्ट घर दे अंदर, मैं आपदे वास्ते शरबत लियाई पीण नूं ते खाण वास्ते लियाई चूरी, तुसीं छक लो। महाराज कहते बीबा किवें छक लीए, ये जिस घर दे अंदर तू गुरसिख बच्ची आई है, ये घर तेरे रहन वाला नहीं है, ये पाप दा मंडल है। ये जिन्ना इहदे विच अन्न है सारा पाप दा अन्न है। ये पाप दा अन्न असीं नहीं खाना। पाप दा भोजन जी पावे ना मूल यथानु, पाप दा भोजन जी पावे ना मूल यथानु।
ਪਾਪ ਦਾ ਪੂਰਨ ਰੂਪ ਪਾਵੇ ਨਾ ਪਾਪ ਦਾ ਪੂਰਨ ਜੀ ਪਾਵੇ ਨਾ ਇਹ ਭੋਜਨ ਪਾਪ ਹੈ। ਇਹ ਨਹੀਂ ਸਾਨੂੰ ਪਾਉਂਦਾ, ਨਾ ਜਲ ਪਾਉਂਦਾ ਹੈ ਤੇ ਨਾ ਭੋਜਨ ਪਾਉਂਦਾ। ਜਾਂ ਕੀ ਰਹਿਤ ਨਾ ਜਾਣੀਐ ਗੁਰਬਾਣੀ ਨਹੀਂ ਰੀ ਤਿਸ ਦੇ ਹੱਥੋਂ ਖਾਧਿਆਂ ਬਿਸਰੇ ਹਰ ਕੀ। ਕਹਿੰਦੇ ਪਾਪ ਦਾ ਭੋਜਨ ਗੁਰੂ ਨਾਨਕ ਪਾਤਸ਼ਾਹ ਨੇ ਮਾਲਪੂੜੇ ਨਹੀਂ ਸੀ ਪਸੰਦ ਕੀਤੇ, ਲਾਲੋ ਦਾ ਸੁੱਕੇ ਕੋਧਰੇ ਦਾ ਟੁਕੜਾ ਪਸੰਦ ਕੀਤਾ ਸੀ। ਲੈ ਜਾ ਤੂੰ ਪਾਸ਼ਾ, ਮੈਂ ਵੀ ਨਹੀਂ ਖਾ ਸਕਦੀ, ਮੈਂ ਦੇਖ ਨਹੀਂ ਸਕਦੀ, ਮੈਂ ਇਸ ਘਰ ਦੀ ਨੂੰਹ ਆ ਤੇ ਐਡੇ ਪਾਪੀ ਘਰ 'ਚ ਮੈਂ ਆ ਗਈ। ਪਾਸ਼ਾ ਮੇਰਾ ਦਮ ਘੁੱਟਦਾ। ਕਹਿੰਦੇ ਬੀਬਾ ਤੂੰ ਗੁਰਸਿੱਖ ਹੈ, ਬੰਦਗੀ ਵਾਲੀ ਹੈ, ਤੈਂ ਨਾਮ ਜਪਿਆ, ਉੱਚੀਆਂ ਅਵਸਥਾ 'ਚ ਤੇਰੀ ਸੁਰਤ ਖੇਲ ਰਹੀ ਹੈ। ਇਸ ਪਾਪ ਦੇ ਮੰਡਲ ਵਿੱਚ ਰਹਿਣ ਵਾਲੀ ਤੂੰ ਨਹੀਂ ਹੈ, ਰਹਿਣ ਦੇ ਕਾਬਲ ਨਹੀਂ ਹੈ। ਚੰਗਾ ਜਿੱਦਣ ਅਸੀਂ ਛੇਤੀ ਹੋ, ਅਸੀਂ ਹੁਣ ਚਲੇ ਜਾਣਾ, ਸਰੀਰ ਛੱਡ ਦੇਣਾ ਪਰਸੋਂ ਨੂੰ, ਤੇ ਤੂੰ ਸਾਡੇ ਨਾਲੇ ਚੱਲੀ, ਤੈਨੂੰ ਨਾਲੇ ਲੈ ਜਾਵਾਂਗੇ ਤੇ ਜਦੋਂ ਅਸੀਂ ਜਾਵਾਂਗੇ ਤੂੰ ਵੀ ਸਰੀਰ ਛੱਡ ਦੇ। ਕਿੱਡੀ ਬੜੀ ਬੀਬੀ ਦੀ ਭਗਤੀ ਸੀ ਸਾਧ ਸੰਗਤ ਜੀ, ਹੈਰਾਨ ਹੋ ਵੀ ਜਿਹਦੀ ਮਰਜ਼ੀ 'ਚ ਸੀ ਸਰੀਰ ਛੱਡ ਦੇਣਾ। ਇਹ ਨਹੀਂ ਵੀ ਕੁਛ ਖਾ ਕੇ ਸਰੀਰ ਛੱਡ ਦੇਣਾ, ਨਾ ਆਪਣੇ ਹੀ ਬਸ ਵਿੱਚ ਸੀ। ਕਹਿੰਦੇ ਬੀਬਾ ਤੇਰੀ ਬੰਦਗੀ ਬਹੁਤ ਉੱਚੀ ਹੈ ਤੇ ਤੂੰ ਇਸ ਕਾਬਲ ਹੈ ਕਿ ਆਪਣਾ ਸਰੀਰ ਆਪਣੀ ਮਰਜ਼ੀ ਨਾਲ ਛੱਡ ਜਾਵੇਂ। ਐਸੇ ਸਰੀਰ ਐਸੇ ਪਾਪ ਮੰਡਲਾਂ 'ਚ ਨਹੀਂ ਰਿਹਾ ਕਰਦੇ। ਚੰਗਾ ਤੂੰ ਸਾਡੇ ਨਾਲ ਚੱਲ। ਵਾਪਸ ਚਲੀ ਜਾਂਦੀ ਹੈ, ਫੇਰ ਨਹੀਂ ਮਨ ਲੱਗਦਾ, ਦੂਜੇ ਦਿਨ ਫੇਰ ਆਉਂਦੀ ਹੈ। ਉਵੇਂ ਜਿਵੇਂ ਦੂਸਰਾ ਕੰਗਣ ਦਿੰਦੀ ਹੈ, ਫੇਰ ਮਹਾਰਾਜ ਕੋ ਆ ਕੇ ਤਰ ਲੈਂਦੀ ਹੈ, ਪਾਤਸ਼ਾਹ ਕੁਛ ਤਾਂ ਛਕ ਲਓ। ਮਹਾਰਾਜ ਕਹਿੰਦੇ ਨਾ। ਸੋ ਅਗਲਾ ਦਿਨ ਆ ਗਿਆ, ਚੌਥਾ ਦਿਨ, ਫੇਰ ਆ ਕੇ ਕਹਿਣ ਲੱਗਿਆ ਅਜੇ ਵੀ ਨਹੀਂ ਬੋਲਣਾ। ਚੰਗਾ ਫੇਰ ਮੈਂ ਅੱਜ ਸਜ਼ਾ ਦਿੰਦਾ ਬਹੁਤ ਭਿਆਨਕ। ਤਵੀ ਤਪਾ ਲਈ, ਪਾਠਮ ਜਲਦਾ, ਨੇੜੇ ਨਹੀਂ ਕੋਈ ਜਾ ਸਕਦਾ, ਲਾਲ ਹੋ ਗਈ। ਕਹਿੰਦਾ ਇਹਦੇ ਉੱਤੇ ਬਹਿ ਜਾਓ ਜਾ ਕੇ। ਕਹਿੰਦੇ ਸਿਪਾਹੀਆਂ ਨੂੰ ਕਹਿਣ ਲੱਗਿਆ ਬਿਠਾ ਦਿਓ, ਆਪ ਨਹੀਂ ਇਹਨੇ ਬੈਠਣਾ। ਮਹਾਰਾਜ ਕਹਿੰਦੇ ਕੀ ਕਰਨਾ, ਅਸੀਂ ਆਪੇ ਬਹਿਨੇ। ਮਹਾਰਾਜ ਨੇ ਜਾ ਕੇ ਉੱਤੇ ਚਰਨ ਰੱਖਤਾ। ਚੈੜ ਚੈੜ ਦੀ ਆਵਾਜ਼ ਆਈ, ਚਰਨ ਰੱਖਦੀ ਸਾਰ ਦੂਸਰਾ ਵੀ ਰੱਖਤਾ, ਚੌਂਕੜਾ ਮਾਰ ਲਿਆ। ਤਲੀਆਂ ਜਲ ਗਈਆਂ ਤੇ ਥੱਲੇ ਮਾਸ ਦੇ ਜਲਣ ਦੀ ਆਵਾਜ਼ ਆਈ। ਫਲੂਹੇ ਪਏ ਹੋਏ ਨੇ ਰੇਤੇ ਦੇ ਨਾਲ ਸਾਰੇ ਸਰੀਰ ਦੇ ਉੱਤੇ। ਉਸ ਵੇਲੇ ਸਾਰਾ ਅਸਮਾਨ ਹਿੱਲ ਗਿਆ। ਦੇਵੀ ਦੇਵਤੇ ਹੱਥ ਜੋੜੀ ਖੜੇ ਨੇ, ਪਾਤਸ਼ਾਹ ਆਹ ਸਾਤੇ ਨਹੀਂ ਦੇਖ ਹੁੰਦਾ। ਉਸ ਵੇਲੇ ਮੀਆਂ ਮੀਰ ਜੋ ਕਿ ਪਹੁੰਚਿਆ ਹੋਇਆ ਫਕੀਰ ਸੀ, ਜਿਸਨੇ ਹਰਿਮੰਦਰ ਸਾਹਿਬ ਦੀ ਬੁਨਿਆਦ ਰੱਖੀ ਹੈ, ਉਹ ਆਇਆ। ਆਉਂਦੇ ਨਹੀਂ ਆਪਣੀ ਸ਼ਕਤੀ ਦੇ ਨਾਲ ਸਾਰੇ ਪਹਿਰੇਦਾਰ ਸਲਾਤੇ, ਆਰਾਮ ਨਾਲ ਲੰਘਿਆ। ਅੱਗੇ ਦੇਖਿਆ ਤਾਂ ਦੋਏ ਬਾਹਾਂ ਚੱਕ ਲੀਆਂ ਮਹਾਰਾਜ ਨੂੰ ਦੇ। ਕਹਿੰਦਾ ਦੁਹਾਈ ਆ ਅੱਲਾਹ ਦੀ, ਆਹ ਕੀ ਹੋ ਰਿਹਾ ਮੇਰੇ, ਮੈਂ ਕੀ ਦੇਖ ਰਿਹਾ ਆਪਣੀਆਂ ਅੱਖਾਂ ਨਾਲ, ਮੈਂ ਕੀ ਦੇਖ ਰਿਹਾ। ਪਾਤਸ਼ਾਹ ਇਹ ਰਾਜ ਰਹਿਣ ਦੇ ਕਾਬਲ ਨਹੀਂ, ਇਹ ਦੁਨੀਆ ਰਹਿਣ ਦੇ ਕਾਬਲ ਨਹੀਂ। ਬਾਹਾਂ ਚੱਕ ਲੀਆਂ। ਮਹਾਰਾਜ ਕਹਿੰਦੇ ਨਾ ਨਾ ਪੀਰ ਜੀ ਨਾ, ਰਹਿਮ, ਇਹ ਕੰਮ ਨਹੀਂ ਆਪਾਂ ਕਰਨਾ। ਕਹਿੰਦਾ ਸੱਚੇ ਪਾਤਸ਼ਾਹ ਇਹ ਤੁਸੀਂ ਕੀ ਕਰ ਰਹੇ ਹੋ। ਮਹਾਰਾਜ ਕਹਿੰਦੇ ਤੈਨੂੰ ਇੱਕ ਅਸ਼ਟਪਦੀ ਦੇ ਅਰਥ ਸਮਝਾਉਣੇ ਸੀ, ਉਹ ਸਮਝ ਲੈ ਹੁਣ ਤੂੰ। ਸਮਝ ਪਿਆਰਿਆ ਰਹਿਤ ਜੀਵਨ ਮੁਕਤਾਨੀ, ਸਮਝ ਪਿਆਰਿਆ ਰਹਿਤ ਜੀਵਨ ਪਿਆਰਿਆ ਹੋਏ ਰਹਿਤ
ਸੰਗ ਪਿਆਰਿਆ ਹੋਏ ਰਹਿਤ ਜੀਵਨ ਮੁਕਤਾ ਦੀ। ਸੁਖਮਨੀ ਸਾਹਿਬ ਜਦ ਆਪ ਸੁਣ ਰਹੇ ਸੀ ਤੇ ਆਪ ਨੇ ਆ ਕੇ ਦੱਸਿਆ ਸੀ ਜਿੱਥੇ ਜੀਵਨ ਮੁਕਤ ਦੀ ਅਵਸਥਾ ਦਾ ਜ਼ਿਕਰ ਕੀਤਾ ਗਿਆ ਸੀ ਕਿ ਪਾਤਸ਼ਾਹ ਐਸੇ ਪੁਰਸ਼ ਦੇ ਦਰਸ਼ਨ ਵੀ ਹੋ ਸਕਦੇ ਨੇ। ਕਹਿੰਦੇ ਅੱਜ ਤੈਨੂੰ ਪ੍ਰੈਕਟੀਕਲੀ ਉਹ ਰਹਿ ਦੱਸ ਰਹੇ ਹਾਂ। ਪ੍ਰਭ ਕੀ ਆਗਿਆ ਆਤਮ ਹਿਤਾਵ ਹੈ, ਜੀਵਨ ਮੁਕਤ ਸੋਊ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹੀਂ ਦਿਓ। ਫਿਰ ਵੀ ਖੇੜਾ ਹੀ ਹੈ, ਕਰਸ਼ ਨਹੀਂ ਕੋਈ ਕਰ ਰਹੇ ਵੀ ਇਹਦਾ ਬੇੜਾ ਗਰਕ ਹੋ ਜਾਏ। ਇੰਨਾ ਵੀ ਨਹੀਂ ਫੁਰਨਾ ਲਿਆਉਂਦਾ, ਜੇ ਇੰਨਾ ਕੁ ਵੀ ਫੁਰਨਾ ਲੈ ਆਉਂਦੇ ਉਸੇ ਵੇਲੇ ਹੋ ਜਾਣਾ ਸੀ ਨਾ। ਆਨੰਦ ਦੀ ਅਵਸਥਾ 'ਚ ਨਹੀਂ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਭਿਖਾਟੀ, ਤੈਸਾ ਮਾਨ ਤੈਸਾ ਅਭਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਆ ਜੀਵਨ ਮੁਕਤ। ਨਮਸਕਾਰ ਕਰ ਦਿੱਤੀ। ਪਾਤਸ਼ਾਹ ਮੇਰੇ ਤੇ ਨਹੀਂ ਦੁੱਖ ਦੇਖਿਆ ਜਾਂਦਾ। ਇੰਨਾ ਹੇਠਾਂ ਅੱਗ ਜਲ ਰਹੀ ਹੈ ਤੇ ਆਪ ਤਵੀ ਤੇ ਬੈਠੇ ਹੋ। ਸਰੀਰ ਜਲ ਰਿਹਾ ਹੈ, ਚਿੜ ਕਰ ਰਿਹਾ, ਧੂੰਆਂ ਨਿਕਲ ਰਿਹਾ ਮਾਸ ਚੋਂ, ਤੇ ਫੇਰ ਆਪ ਪ੍ਰਸੰਨ ਚਿੱਤ ਬਚਨ ਕਰ ਰਹੇ। ਕਹਿੰਦੇ ਪੀਰ ਜੀ ਇਹ ਤਾਂ ਲੀਲਾ ਹੈ ਪ੍ਰਭੂ ਦੀ। ਲਖੀ ਜਾਵੇ ਨਾ ਲੀਲਾ ਰਾਮ ਪਿਆਰੇ ਦੀ, ਲਖੀ ਜਾਵੇ ਨਾ ਲੀਲਾ ਰਾਮ ਪਿਆਰੇ ਦੀ।
पार ब्रह्म के सगले ठाव, जित जित कर राखे तैसा तिन, आपे कर्म करावन जोग, जो प्रभ पावै सोई हो। पसरे आप हो अंत तरंग, लगे न जाए पार ब्रह्म के रंग। जैसी मत तैसा प्रकाश, जैसी मत दे तैसा प्रकाश। पार ब्रह्म करता अविनाश, सदा 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 दयाल। सिमर सिमर नानक पए निहाल। कहते पीर जी ये तो पार ब्रह्म परमेश्वर की लीला हो रही है। किनू माड़ा कहना है, किनू चंगा कहना। नमस्कारा करता है मियाँ वीर पातशाह, साथे तो एडा जिगरा रख नहीं होंदा। नमस्कार की ते चलिया गया। इन्ने नू हिमालय पर्वत के उत्ते गोरख की समाधि के अंदर सारा नज़ारा आ गया। हैरान हो गया कि वह गुरु नानक जिसनों असीं नमस्कारां कीतियां, इन्नियां शक्तियां का मालक हो के एक मामूली बंदे तो, एक मामूली राजे तो तकलीफ सह रहा। उस वेले गुप्त रूप के अंदर गोरख सिद्धां दे समेत उस लाल हवेली आउंदे ने सारे पहरेदार सलाते सब गिर गए धरती के उत्ते। उस वेले महाराज जी के कोल चले पातशाह, सारे समाना च हलचल पै गई है। सारे साधुआं दे हिरदियां दे अंदर आ नज़ारा घर कर गया। साते सह नहीं हुंदा ते तुसीं एडा बड़ा खेड, एडी बड़ी खेड करदे हो। शक्ति क्यों नहीं वरतदे? शक्ति वरतो तुसीं। जे तुसीं शक्ति नहीं वरतदे पातशाह, साधुआं दी नरादरी होनी शुरू हो जानी है। कौडी कौडी दे बंदियां ने साधुआं दी निंदिया करनी है, उन्हां नूं तसीहे देने, टॉर्चर करना है। जे शक्ति दिखा दिओगे तो किसी की ताकत नहीं होएगी कि कल नूं कोई अख चक के भी देख सके संतां थोड़े हाथ विच इस वेले। कहण लगे गोरख जी शक्ति देख के किहड़ा ये मनदे ने, होर तरीके दे नाल असीं करांगे, इस तरह नहीं होना। ये जिहड़ी इन्हां कोल शक्ति है उस तरह की शक्ति असीं पैदा करांगे ते वो शक्ति फिर इन्हां नूं सिद्धे करेगी। करामातां नाल देख के नहीं सिद्धे हो सकते। आह पुश्त देख लू अगली फेर आ जू, वो देख लू फिर अगली फेर आ जू, ये तो मुकदा ही नहीं काम। सो असीं तां अकाल पुरख के भाणे नूं राजी खुश हो के मनण का यतन कर रहे हैं। इस तरह नाल फरमान करते हैं। पाना दाते दा असी मनना मिठा करके, पाना दाते दा असी मनना मिठा करके।
तेरा किया मीठा लागै हर नाम पदार्थ नानक मान। कहते नाथ जी जो कुछ वरतै सब तेरा पाना, हुक्म बूझै सो सच समान। वाहिगुरू च समाई ਉਹਦੀ ਹੁੰਦੀ ਹੈ ਜਿਹੜਾ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਕੇ ਉਹਦੇ ਅਨੁਸਾਰ ਚੱਲ ਪਵੇ। ਦੁੱਖ ਸੁੱਖ ਤੇਰੇ ਭਾਣਾ ਹੋਵੇ, ਕਿਸ ਤੈ ਜਾਏ ਰੁਆਈਐ, ਹੁਕਮੀ ਹੁਕਮ ਚਲਾਏ ਵਿਗਸੈ, ਨਾਨਕ ਲਿਖਿਆ ਪਾਈ। ਸੁਖ ਦੁੱਖ ਤੇਰੀ ਆਗਿਆ ਪਿਆਰੇ, ਦੂਜੀ ਨਹੀਂ ਜਾਏ। ਜੋ ਤੂੰ ਕਰਾਵੇਂ ਸੋ ਕਰੀ ਪਿਆਰੇ, ਅਵਰ ਕਿਛ ਕਰਨਾ ਨਾ ਜਾਏ। ਤੇਰਾ ਭਾਣਾ ਮੰਨੇ ਸੋ ਮਿਲੈ ਤੁਧ ਆਏ, ਜਿਸ ਭਾਣਾ ਪਾਵੈ ਸੋ ਤੁਝੇ ਸਮਾਏ। ਭਾਣੇ ਵਿੱਚ ਵੱਡੀ ਵਡਿਆਈ, ਭਾਣਾ ਕਿਸੇ ਕਰਾਏ। ਉਸ ਵੇਲੇ ਗੋਰਖਨਾਥ ਨੇ ਸਾਰਿਆਂ ਸਿੱਧਾਂ ਦੇ ਸਮੇਤ ਨਮਸਕਾਰ ਕੀਤੀ। ਹੈ ਗੁਰੂ ਨਾਨਕ ਤੈਨੂੰ ਅਸੀਂ ਪਹਿਲੇ ਰੂਪ 'ਚ ਵੀ ਦੇਖਿਆ, ਦੂਜੇ 'ਚ ਵੀ ਦੇਖਿਆ, ਤੀਜੇ 'ਚ ਵੀ ਦੇਖਿਆ, ਚੌਥੇ 'ਚ ਵੀ ਦੇਖਿਆ। ਹੁਣ ਤਾਂ ਕਮਾਲ ਇਹ ਕਰ ਦਿੱਤੀ। ਇੰਨੀਆਂ ਸ਼ਕਤੀਆਂ ਦਾ ਮਾਲਕ ਹੁੰਦਾ, ਇੱਕ ਮਾਮੂਲੀ ਬੰਦੇ ਤੋਂ ਤੂੰ ਤਕਲੀਫਾਂ ਸਹਿ ਰਹੇ। ਸੋ ਦਿਨ ਲੰਘ ਗਿਆ ਤਵੀ ਤੇ ਬੈਠਿਆ, ਫੇਰ ਨਾ ਖਾਣਾ ਨਾ ਪੀਣਾ ਨਾ ਸੌਣਾ। ਅਗਲੇ ਦਿਨ ਫੇਰ ਆਇਆ, ਕਹਿਣ ਲੱਗਿਆ ਅੱਜ ਮੈਂ ਗਊ ਦੀ ਖੱਲ ਲਿਆ ਕੇ ਬਣਾਊਂ, ਉਹਦੇ ਵਿੱਚ ਧੁੱਪੇ ਸੁਕਾਊਂਗਾ, ਬੇਦੀਨ ਕਰਕੇ ਮਾਰਾਂਗਾ। ਬੋਲ ਰਿਸ਼ਤਾ ਲੈਣਾ ਕਿ ਨਹੀਂ ਲੈਣਾ? ਕੁਛ ਨਾ ਬੋਲ। ਮਹਾਰਾਜ ਕਹਿੰਦੇ ਇਸ਼ਨਾਨ ਕਰਿਆ ਨੂੰ ਦੇਰ ਹੋ ਗਈ ਸਾਨੂੰ, ਰਾਵੀ ਤੇ ਜਾਣ ਦੀ ਇਜਾਜ਼ਤ ਦੇ ਸਿੰਘਾਂ ਸਮੇਤ। ਉਸ ਵੇਲੇ ਕਹਿਣ ਲੱਗਿਆ ਵੀ ਹੁਣ ਗੱਲ ਖੁੱਲ੍ਹ ਗਈ, ਹੁਣ ਗੱਲ ਚੱਲ ਪਏਗੀ ਤੇ ਮੈਂ ਜੁਰਮਾਨਾ ਵੀ ਲੈ ਲਾਂਗਾ ਤੇ ਹੋਰ ਵੀ ਸਭ ਕੰਮ ਹੋ ਜਾਣਗੇ। ਉਸ ਵੇਲੇ ਸਵਾਰ ਨਾਲ ਦੇ ਤੇ ਪਹਿਰੇਦਾਰ ਨਾਲ ਦੇ ਤੇ ਗੁਰੂ ਮਹਾਰਾਜ ਜੀ ਰਾਵੀ ਦੇ ਕੰਢੇ ਹੌਲੀ ਹੌਲੀ ਤੁਰੇ ਜਾਂਦੇ ਨੇ। ਆਹਿਸਤਾ ਆਹਿਸਤਾ ਭਾਈ ਲੰਗਾਹੇ ਦਾ ਮੋਢਾ ਫੜਿਆ ਹੋਇਆ ਮਹਾਰਾਜ ਜੀ ਨੇ, ਤੇ ਉਹਨੇ ਇਸ ਤਰ੍ਹਾਂ ਬਾਂਹ ਪਾਈ ਹੋਈ ਹੈ ਪਿੱਛੇ ਦੀ, ਤੇ ਮਹਾਰਾਜ ਜੀ ਨੂੰ ਸਹਾਰਾ ਦਿੰਦਾ ਹੈ ਤੁਰਿਆ ਜਾ ਰਿਹਾ। ਤੇ ਹੌਲੀ ਹੌਲੀ ਪੈਰ ਰੱਖਦੇ ਤੁਰੇ ਜਾ ਰਹੇ ਤੇ ਰਾਵੀ ਦੇ ਕੰਢੇ ਪਹੁੰਚ ਗਏ। ਉੱਥੇ ਆਪ ਨੇ ਇਸ਼ਨਾਨ ਕਰਿਆ, ਸਿੱਖਾਂ ਨੇ ਇਸ਼ਨਾਨ ਕਰਿਆ ਤੇ ਮਹਾਰਾਜ ਦੇ ਦੁਆਲੇ ਸਾਰੇ ਖੜੇ ਹੋ ਗਏ। ਮਹਾਰਾਜ ਕਹਿਣ ਲੱਗੇ ਗੁਰਸਿੱਖੋ, ਅਸੀਂ ਜਪਜੀ ਸਾਹਿਬ ਪਾਠ ਕਰਦੇ ਹਾਂ। ਜਪਜੀ ਸਾਹਿਬ ਦਾ ਪੂਰਾ ਪਾਠ ਕਰਿਆ। ਕਹਿਣ ਲੱਗੇ ਲਓ ਹੁਣ ਸਾਡਾ ਅੰਤ ਸਮਾਂ ਆ ਗਿਆ ਭਾਈ, ਹੁਣ ਤੁਸੀਂ ਹਰਗੋਬਿੰਦ ਜੀ ਨੂੰ ਸਾਡਾ ਰੂਪ ਜਾਣਿਓ। ਉਹਨਾਂ ਦੀ ਕਿਰਿਆ ਹੁਣ ਬਦਲਣੀ ਹੈ। ਗੁਰੂ ਨਾਨਕ ਨੇ ਰੂਪ ਬਦਲਾ ਲਿਆ, ਹੁਣ ਸੂਰਮਿਆਂ ਦਾ ਰੂਪ ਧਾਰਨ ਕਰ ਲਿਆ। ਡੋਲਿਓ ਨਾ ਉਸ ਦੇ ਅੰਦਰ ਤੇ ਜਾਓ ਸਾਡੀ ਵੱਲੋਂ ਸੰਦੇਸ਼ਾ ਦੇ ਦਿਓ। ਬਾਬਾ ਬੁੱਢਾ ਜੀ ਦਾ ਸਤਿਕਾਰ ਕਰਨ, ਸੰਗਤਾਂ ਦੇ ਨਾਲ ਪਿਆਰ ਦੇ ਨਾਲ ਵਰਤਣ, ਤੇ ਅਸੀਂ ਹੁਣ ਆਪਣੀ ਇੱਛਾ ਦੇ ਨਾਲ ਜਾ ਰਹੇ ਹਾਂ। ਉਸ ਵੇਲੇ ਮਹਾਰਾਜ ਜੀ ਚਾਦਰਾ ਇੱਕ ਹੇਠਾਂ ਵਿਛਾਇਆ, ਕੁਸ਼ਾ ਦਾ ਆਸਣ ਲਾਇਆ, ਉਹਦੇ ਬਾਅਦ ਆਪ ਲੰਮੇ ਪੈ ਗਏ, ਚਾਦਰਾ ਚਿਹਰੇ 'ਤੇ ਲੈ ਲਿਆ। ਉਸੇ ਵੇਲੇ ਅਸਮਾਨ ਦੇ ਅੰਦਰ ਜੈ ਜੈਕਾਰ ਦੀਆਂ ਧੁਨੀਆਂ ਹੋਣ ਲੱਗ ਗਈਆਂ। ਪ੍ਰਕਾਸ਼ ਇਹ ਪ੍ਰਕਾਸ਼ ਹੋ ਗਿਆ, ਬਾਜੇ ਵੱਜਣੇ ਸ਼ੁਰੂ ਹੋ ਗਏ। ਉਸ ਵੇਲੇ ਇਹ ਜੋ ਨਹੁੰ ਸੀ ਉਹਦੀ, ਚੰਦੂ ਦੀ, ਉਹ ਸਮਾਧੀ 'ਚ ਲੀਨ ਹੋਈ ਬੈਠੀ ਸਾਰਾ ਕੌਤਕ ਦੇਖ ਰਹੀ ਹੈ। ਤੇ ਜਦ ਉਹਨੇ ਦੇਖਿਆ ਵੀ ਮਹਾਰਾਜ ਤਾਂ ਸਰੀਰ ਛੱਡ ਗਏ, ਉਸੇ ਵੇਲੇ ਉਸਨੇ ਬਰਮਰੁੰਦਰ ਨੂੰ ਫੋੜ ਕੇ ਆਪਣਾ ਸਰੀਰ ਵੀ ਛੱਡ ਦਿੱਤਾ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਜਾ ਕੇ ਨਮਸਕਾਰ ਕਰਕੇ ਮਹਾਰਾਜ ਜੀ ਉਸ ਨੂੰ ਨਾਲ ਹੀ ਲੈ ਕੇ ਤੁਰੇ ਜਾਂਦੇ। ਕਿਉਂਕਿ ਜੋ ਗੁਰਮੁਖ ਹੋਇਆ ਕਰਦਾ ਹੈ, ਬੜੀ ਵਾਰੀ ਵਿਚਾਰ ਕਰੀ ਹੈ ਤੇ ਉਹਦੇ ਬਾਰੇ ਮਹਾਰਾਜ ਨੇ ਇਸ ਤਰ੍ਹਾਂ ਫਰਮਾਨ ਕੀਤਾ। ਆਵੇ ਜਾਏ ਇਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਆਵੇ ਜਾਏ ਇਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਆਵੇ ਜਾਏ ਇਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਆਵੇ ਜਾਏ ਇਨ ਸੰਗ ਗੁਰਮੁਖ ਪਿਆਰਾ, ਗੁਰਮੁਖ ਆਵੇ ਜਾਏ ਇਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਆਵੇ ਜਾਏ ਇਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਆਵੇ ਜਾਏ ਇਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ,
ਜਾਏ ਨਸਾਂ, ਮਰਜ਼ੀ ਨਾਲ ਆ ਜਾਂਦੇ ਨੇ, ਮਰਜ਼ੀ ਦੇ ਨਾਲ ਚਲੇ ਜਾਂਦੇ ਨੇ। ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸ਼ੋਂ ਲੈਣ। ਸੋ ਬੀਬੀ ਨੇ ਵੀ ਸਰੀਰ ਨਾਲ ਦੀ ਨਾਲੇ ਛੱਡ ਦਿੱਤਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਅੱਜ ਦੇ ਦਿਨ ਸੰਸਾਰ ਦੇ ਉੱਤੇ ਇੱਕ ਐਸੀ ਅਦੁੱਤੀ ਲਾਸਾਨੀ ਸ਼ਹਾਦਤ ਦਿੱਤੀ। ਸਾਰੀਆਂ ਸ਼ਕਤੀਆਂ ਦੇ ਮਾਲਕ ਹੁੰਦੇ ਹੋਏ ਜੋ ਫਰਮਾਨ ਕੀਤਾ ਹੈ ਕਿ ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ। ਨਿਰਵੈਰ ਰਹਿ ਕੇ ਨਿਰਾਲਾ ਕੌਤਕ ਕਰਕੇ ਸੰਸਾਰ ਦੇ ਅੰਦਰ ਇੱਕ ਸਾਨੂੰ ਮਹਾਨ ਸਬਕ ਦੇ ਗਏ ਸ਼ਹੀਦਾਂ ਦਾ, ਅਤੇ ਆਪ ਸ਼ਹੀਦਾਂ ਦੇ ਸਰਤਾਜ ਹੋ ਗਏ। ਈਸਾ ਜੀ ਨੂੰ ਸੂਲੀ ਚਾੜਿਆ ਗਿਆ ਸੀ, ਕੰਪੀਟੀਸ਼ਨ ਦੀ ਬਾਤ ਨਹੀਂ ਹੈ। ਉਹਨਾਂ ਦੇ ਅਨੁਯਾਈਆਂ ਨੇ ਸਾਰੀ ਦੁਨੀਆ ਦੇ ਉੱਤੇ ਪ੍ਰਗਟ ਕਰ ਦਿੱਤੀ ਇਹ ਗੱਲ। ਲੇਕਿਨ ਕਿੱਡਾ ਬੜਾ ਸਾਡੇ ਕੋਲ ਖਜ਼ਾਨਾ ਹੈ ਸ਼ਹਾਦਤਾਂ ਦਾ। ਕੀ ਮਜਾਲ ਸਾਡੀ ਕੌਮ ਕੇ ਬਾਹਰ ਤਾਂ ਦੱਸ ਸਕੇ, ਪੰਜਾਬ 'ਚ ਇਹ ਨਹੀਂ ਪਤਾ ਪਹਿਲਾਂ, ਬਾਹਰ ਤਾਂ ਕੀ ਦੱਸਣਾ। ਐਡਾ ਬੜਾ ਖਜ਼ਾਨਾ ਸਾਡੇ ਹੱਥ 'ਚ ਆਇਆ ਹੋਇਆ, ਅਸੀਂ ਸੰਭਾਲ ਨਹੀਂ ਰਹੇ, ਸਾਧ ਸੰਗਤ ਕੁਛ ਨਹੀਂ ਕਰ ਰਹੇ, ਐਵੇਂ ਤੁਰੇ ਫਿਰਦੇ ਹਾਂ ਬੇਸੁਰਤ ਹੋ ਕੇ, ਦੁਖੀ ਹੋ ਰਹੇ ਹਾਂ। ਮਹਾਰਾਜ ਨੇ ਬਹੁਤ ਕੁਝ ਸਾਨੂੰ ਬਖਸ਼ਿਆ। ਸੋ ਅੱਜ ਦਾ ਜੋ ਸ਼ਹਾਦਤ ਦਾ ਦਿਹਾੜਾ ਹੈ, ਸੰਗਰਾਮ ਦਾ ਦਿਹਾੜਾ ਆਪ ਨੇ ਮਨਾਇਆ। ਸੋ ਸਾਰੇ ਪ੍ਰੇਮੀ ਬੋਲੋ। ਆਖੋ ਸੰਗਤ, ਆਖੋ ਸੰਗਤ ਜੀ ਧੰਨ ਗੁਰੂ ਅਰਜਨ, ਧੰਨ ਗੁਰੂ ਅਰਜਨ। ਆਖੋ ਸੰਗਤ ਜੀ ਧੰਨ ਗੁਰੂ ਅਰਜਨ, ਧੰਨ ਗੁਰੂ ਅਰਜਨ। ਆਖੋ ਸੰਗਤ ਜੀ ਧੰਨ ਗੁਰੂ ਅਰਜਨ, ਧੰਨ ਗੁਰੂ ਅਰਜਨ। ਆਖੋ ਸੰਗਤ ਜੀ ਧੰਨ ਗੁਰੂ ਅਰਜਨ, ਧੰਨ ਗੁਰੂ ਅਰਜਨ। ਸਮਾਜ ਆਸ ਨਹੀਂ ਹੁੰਦਾ। ਸਾਰੇ ਪ੍ਰੇਮੀ ਨਾਲ ਸਾਫ ਚੋਲੇ ਹੋਏ।